ਮਾਨ ਸਰਕਾਰ ਅਤੇ ਐਸਜੀਪੀਸੀ ਦੇ ਵਿੱਚ ਗੁਰਬਾਣੀ ਪ੍ਰਸਾਰ ਨੂੰ ਲੈ ਕੇ ਚੱਲ ਰਹੀ ਖਿੱਚੋਤਾਣ ਦੇ ਵਿਚਕਾਰ ਆਖਿਰਕਾਰ ਦੋ ਬਿੱਲ ਸਰਕਾਰ ਦੇ ਵੱਲੋਂ ਗਵਰਨਰ ਹਾਊਸ ਵਿੱਚ ਭੇਜ ਦਿੱਤੇ ਗਏ ਨੇ। ਕਿਹੜੇ ਉਹ ਦੋ ਬਿੱਲ ਨੇ, ਹੁਣ ਅੱਗੇ ਦਾ ਕ੍ਰਾਈਟੇਰੀਆ ਕੀ ਰਹਿਣ ਵਾਲਾ, ਕੀ ਇਹ ਬੜੀ ਜਲਦੀ ਜਿਹੜੇ ਦੋ ਬਿੱਲ ਭੇਜੇ ਗਏ ਨੇ ਹੁਣ ਕਾਨੂੰਨ ਬਣਨਗੇ? ਗੱਲਬਾਤ ਇਸ ਤੇ ਕਰਾਂਗੇ। ਨਾਲ ਹੀ ਨਾਲ ਗੱਲਬਾਤ ਕਰਾਂਗੇ ਮਾਨ ਸਰਕਾਰ ਦੇ ਇੱਕ ਯੂ ਟਰਨ ਦੀ, ਕਿਉਂਕਿ ਮਾਨ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਹੁਣ ਮੁਆਵਜ਼ਾ ਦੇਣ ਤੋਂ ਯੂ ਟਰਨ ਲੈ ਲਿਆ ਗਿਆ, ਜਾਂ ਫਿਰ ਕਹਿ ਦਈਏ ਕਿ ਮੁਆਵਜ਼ਾ ਦੇਣ ਤੋਂ ਕੋਰਾ ਇਨਕਾਰ ਕਰ ਦਿੱਤਾ ਗਿਆ। ਕਿਹੜੇ ਮੁਆਵਜ਼ੇ ਦੀ ਗੱਲ ਕਰ ਰਹੇ ਹਾਂ ਤੇ ਕਿਸ ਮੰਤਰੀ ਦੇ ਵੱਲੋਂ ਇਹ ਐਲਾਨ ਕੀਤਾ ਗਿਆ, ਗੱਲਬਾਤ ਉਸ 'ਤੇ ਵੀ ਕਰਾਂਗੇ। ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਨਵੇਂ ਬਣੇ ਪੇਂਡੂ ਪੰਚਾਇਤ ਮੰਤਰੀ, ਜਿਨ੍ਹਾਂ ਦੇ ਵੱਲੋਂ ਹੁਣ ਇੱਕ ਸਖਤ ਲਹਿਜੇ ਦੇ ਵਿੱਚ ਆਪਣੇ ਵਿਧਾਇਕਾਂ ਅਤੇ ਲੀਡਰਾਂ ਨੂੰ ਤਾੜਨਾ ਕੀਤੀ ਹੈ। ਕਿਸ ਤਰ੍ਹਾਂ ਦੀ ਤਾੜਨਾ ਕੀਤੀ ਹੈ, ਗੱਲਬਾਤ ਉਸ ਦੇ ਵੀ ਕਰਾਂਗੇ ਤੇ ਉਸ ਦੇ ਸਿੱਟੇ ਕਿਸ ਤਰ੍ਹਾਂ ਨਿਕਲਣ ਵਾਲੇ, ਇਸ ਦੇ ਉੱਪਰ ਵੀ ਵਿਸਥਾਰ ਨਾਲ ਗੱਲਬਾਤ ਕਰਾਂਗੇ। ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਨੇ ਡਾਕਟਰ ਐਸਪੀ ਸਿੰਘ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਡਾਕਟਰ ਸਾਹਿਬ, ਸਵਾਗਤ ਹੈ ਜੀ ਪ੍ਰੋਗਰਾਮ 'ਚ। ਸ਼ੁਕਰੀਆ ਜੀ। ਡਾਕਟਰ ਸਾਹਿਬ, ਬਿੱਲਾਂ ਨੂੰ ਲੈ ਕੇ, ਕਿਉਂਕਿ 19 ਤੇ 20 ਨੂੰ ਵਿਸ਼ੇਸ਼ ਸੈਸ਼ਨ ਸੱਦਿਆ ਗਿਆ ਸੀ ਪੰਜਾਬ ਸਰਕਾਰ ਵੱਲੋਂ, ਇੱਕ ਬਿੱਲ ਜਿਸ ਤੇ ਵੱਧ ਰੌਲਾ ਪੈ ਰਿਹਾ ਉਹ ਹੈ ਐਸਜੀਪੀਸੀ ਦਾ, ਤੇ ਮਾਨ ਸਰਕਾਰ ਆਮੋ ਸਾਹਮਣੀ ਹੈ। ਮਾਮਲਾ ਹੈ ਗੁਰਦੁਆਰਾ ਐਕਟ ਦੇ ਵਿੱਚ ਸੋਧ ਕਰਨ ਦਾ, 125 ਦੇ ਨਾਲ 125 ਏ ਜੋੜਨ ਦਾ। ਹੁਣ ਇਹ ਬਿੱਲ ਤੇ ਨਾਲ ਹੀ ਨਾਲ ਪੁਲਿਸ ਦੀ ਜੋ ਐਕਟ ਹੈਗਾ ਉਸ ਦੇ ਵਿੱਚ ਸੋਧ ਦਾ ਬਿੱਲ ਹੈ, ਜੋ ਗਵਰਨਰ ਹਾਊਸ ਦੇ ਵਿੱਚ ਪਹੁੰਚ ਚੁੱਕੇ ਨੇ, ਗਵਰਨਰ ਆਫਿਸ ਪਹੁੰਚ ਚੁੱਕੇ ਨੇ। ਕਿਵੇਂ ਦੇਖ ਰਹੇ ਹੋ ਹੁਣ ਕੀ ਇਹ ਬਿੱਲ ਬੜੀ ਜਲਦੀ ਕਾਨੂੰਨ ਬਣਨ ਵਾਲੇ ਨੇ? ਪੂਰਾ ਕ੍ਰਾਈਟੇਰੀਆ ਕੀ ਰਹਿਣ ਵਾਲਾ ਹੈ ਤੇ ਕੀ ਅੜਚਨਾਂ ਨੇ ਜਿਹੜੀਆਂ ਇਹਨਾਂ ਬਿੱਲਾਂ ਦੇ ਵਿੱਚ ਅਜੇ ਵੀ ਆ ਸਕਦੀਆਂ ਨੇ? ਦੇਖੋ, ਜਿਹੜੀ ਸਥਿਤੀ ਜਿਹੜੀ ਹੈ ਉਹ ਬੜੀ ਗੁੰਝਲਦਾਰ ਹੈ। ਗੁੰਝਲਦਾਰ ਇਸ ਕਰਕੇ ਕਿ ਸਭ ਤੋਂ ਪਹਿਲਾਂ ਤੇ ਗਵਰਨਰ ਸਾਹਿਬ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ, ਉਹਦੇ 'ਚ ਉਹਨਾਂ ਨੇ ਕਿਹਾ ਹੈ ਕਿ ਕੀ ਇਹ ਸੈਸ਼ਨ ਸੰਵਿਧਾਨਿਕ ਤੌਰ ਤੇ ਜਾਇਜ਼ ਸੀ ਕਿ ਨਹੀਂ ਸੀ ਜਾਇਜ਼, ਇਹਦੇ ਬਾਰੇ ਮੈਂ ਕਾਨੂੰਨੀ ਰਾਏ ਲੈ। ਸੋ ਸਭ ਤੋਂ ਪਹਿਲਾਂ ਤੇ ਪ੍ਰਸ਼ਨ ਚਿੰਨ੍ਹ ਲੱਗੇਗਾ ਕਿ ਇਹ ਸੈਸ਼ਨ ਜਿਹੜਾ ਹੈ ਕਿ ਸਾਰਾ ਹੀ ਸੰਵਿਧਾਨਿਕ ਸੀ ਕਿ ਗੈਰ ਸੰਵਿਧਾਨਿਕ ਸੀ ਜੀ। ਜੇ ਇਹਨੂੰ ਗੈਰ ਸੰਵਿਧਾਨਿਕ ਡਿਕਲੇਅਰ ਕਰਤਾ ਜਾਂਦਾ ਹੈ ਤੇ ਉਹਦਾ ਮਤਲਬ ਇਹ ਹੈ ਕਿ ਜੋ ਕੁਝ ਵੀ ਉਸ ਪ੍ਰਸਤੀਆਂ ਨੇ ਕਾਰਵਾਈ ਉਸ ਸੈਕਸ਼ਨ ਦੇ ਵਿੱਚ ਜਾਂ ਵਿਸ਼ੇਸ਼ ਸੈਸ਼ਨ ਦੇ ਵਿੱਚ, ਉਹ ਸਾਰੀਆਂ ਹੀ ਰੱਦ ਬਣ ਜਾਣ। ਨੰਬਰ 2, ਜਦੋਂ ਇਹਦੀ ਲੀਗਲ ਓਪੀਨੀਅਨ ਲੈਣ ਵਾਲੀ ਗੱਲ ਜਿਹੜੀ ਹੈ ਚੱਲ ਰਹੀ ਹੈ, ਤੇ ਲੀਗਲ ਓਪੀਨੀਅਨ ਕਦੋਂ ਆਏਗੀ, ਕਦੋਂ ਇਸ ਸੈਸ਼ਨ ਬਾਰੇ ਫੈਸਲਾ ਹੋਏਗਾ, ਉਹ ਤੇ ਪਹਿਲੇ ਪੜਾਅ ਦੀ ਗੱਲ ਹੈ। ਇਹ ਦੂਜੇ ਪੜਾਅ ਦੀ ਗੱਲ ਹੈ ਕਿ ਗਵਰਨਰ ਹਾਊਸ ਤੋਂ ਫਾਈਲ ਜਿਹੜੀਆਂ ਪਹੁੰਚ ਗਈਆਂ ਨੇ, ਜੇ ਪਹਿਲਾਂ ਪਹੁੰਚੀਆਂ ਨੇ ਤੇ ਗਵਰਨਰ ਹਾਊਸ ਪਹਿਲਾਂ ਤੇ ਕੰਸੀਡਰ ਕਰੇਗਾ ਕਿ ਅਸੀਂ ਸੈਸ਼ਨ ਬਾਰੇ ਫੈਸਲਾ ਕਰੀਏ, ਫਿਰ ਉਹਦੀ ਸੰਵਿਧਾਨਕ ਤੌਰ ਦੇ ਉੱਤੇ ਉਹਨਾਂ ਬਿੱਲਾਂ ਦੀ ਉਹ ਚਰਚਾ ਕਰੇਗਾ। ਕਿਉਂਕਿ ਦੋਨੋਂ ਬਿੱਲ ਜਿਹੜੇ ਬਿੱਲ ਆਏ ਨੇ ਇਹ ਫਿਰ ਅੱਗੇ ਸੰਵਿਧਾਨਕ ਚਰਚਾ ਦਾ ਜਿਹੜਾ ਆਧਾਰ ਔਰ ਉਹਦੇ ਰਾਜਨੀਤਿਕ ਆਧਾਰ ਨਾਲ ਨੇ। ਉਹਨਾਂ ਦੇ ਵਿੱਚ ਜਿਹੜਾ ਗੁਰਦੁਆਰਾ ਐਕਟ ਦੀ ਅਮੈਂਡਮੈਂਟ ਹੈ, ਕੀ ਅਸੈਂਬਲੀ ਕਰ ਸਕਦੀ ਕਿ ਨਹੀਂ ਕਰ ਸਕਦੀ, ਕੀ ਉਹ ਜਨਰਲ ਹਾਊਸ ਦੀ ਅਪਰੂਵਲ ਤੋਂ ਬਗੈਰ, ਐਸਜੀਪੀਸੀ ਦੇ ਜਨਰਲ ਹਾਊਸ ਤੋਂ ਬਗੈਰ ਜਿਹੜਾ ਉਹਨੂੰ ਕੰਸੀਡਰ ਕਰ ਸਕਦੀ ਹੈ, ਕਿਉਂਕਿ ਐਸਜੀਪੀਸੀ ਦਾ ਡੈਲੀਗੇਸ਼ਨ ਵੀ ਅੱਗੇ ਮਿਲ ਚੁੱਕਾ ਹੈ, ਅਮਿਤ ਸ਼ਾਹ ਨੂੰ ਮਿਲਣ ਜਾ ਰਹੇ ਨੇ। ਇਸ ਸਥਿਤੀ ਦੇ ਵਿੱਚ ਇਹਦੀ ਸੰਵਿਧਾਨਕ ਪਰਤ ਹੋਏਗੀ। ਪਹਿਲੀ ਪਰਤ ਹੋਏਗੀ ਕਿ ਸੈਸ਼ਨ ਹੈ ਕਿ ਨਹੀਂ, ਫਿਰ ਬਿੱਲਾਂ ਦੀ ਸੰਵਿਧਾਨਕ ਜਾਂਚ ਹੋਏਗੀ। ਸੋ ਇਸ ਕਰਕੇ ਇਹ ਮੰਨ ਲੈਣਾ ਚਾਹੀਦਾ ਹੈ ਕਿ ਬਹੁਤੀਆਂ ਸੰਭਾਵਨਾ ਨਹੀਂ ਹੈ। ਜੇਕਰ ਇਹਨੂੰ ਸਿੱਧੀ ਤਰ੍ਹਾਂ ਰਿਜੈਕਟ ਨਾ ਕੀਤਾ ਬਿੱਲ ਨੂੰ, ਤੇ ਘੱਟੋ ਘੱਟ ਪੈਂਡਿੰਗ ਹੁੰਦੇ ਰਹਿਣਗੇ ਲੀਗਲ ਓਪੀਨੀਅਨ ਨਾ ਥੱਲੇ, ਹੋਰ ਵੱਖ-ਵੱਖ ਪੜਾਵਾਂ ਦੇ ਥੱਲੇ, ਤੇ ਇਹ ਬਿੱਲ ਜਿਹੜੇ ਨੇ ਇਹ ਨਾ ਕਰਕੇ ਬੀਜੇਪੀ ਗਵਰਨਮੈਂਟ ਵੀ ਔਰ ਜਿਹੜੀ ਹੈ ਗਵਰਨਰ ਜਿਹੜਾ ਬੀਜੇਪੀ ਦਾ ਪ੍ਰਤੀਨਿਧ ਹੈ, ਉਹ ਜਿਹੜਾ ਹੈ ਉਹ ਸਿੱਖਾਂ ਨੂੰ ਖੁਸ਼ ਕਰਨ ਦੀ ਜਿਹੜੀ ਕੋਸ਼ਿਸ਼ ਕਰੇਗਾ ਔਰ ਆਮ ਆਦਮੀ ਨਾਲੋਂ ਤੋੜਨ ਦਾ ਜਿਹੜਾ ਆਧਾਰ ਬਣਾਏਗਾ, ਔਰ ਉਸ ਦੇ ਵਿੱਚ ਸ਼ਾਇਦ ਜਿਹੜਾ ਭਗਵੰਤ ਸਿੰਘ ਮਾਨ ਨੂੰ ਜ਼ਿਆਦਾ ਨੁਕਸਾਨ ਹੋਏ, ਪੈਦਾ ਹੋਣ ਦੀ ਜੋ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ। ਹਾਂਜੀ ਜੀ, ਬਿਲਕੁਲ ਸਰ। ਜਿਸ ਤਰੀਕੇ ਨਾਲ ਤੁਸੀਂ ਨੇ ਇਹ ਦੱਸਿਆਗਾ ਵੀ ਹਜੇ ਤਾਂ ਇਹ ਕਲੀਅਰ ਵੀ ਨਹੀਂ ਕੀਤਾ ਗਿਆ ਰਾਜਪਾਲ ਵੱਲੋਂ ਵੀ ਸੰਵਿਧਾਨਕ ਸੀ ਸੈਸ਼ਨ ਜਾਂ ਨਹੀਂ, ਠੀਕ ਹੈ, ਲੀਗਲ ਸੀ ਜਾਂ ਨਹੀਂ। ਤੇ ਦੂਸਰੇ ਪਾਸੇ ਐਸਜੀਪੀਸੀ ਦੇ ਐਕਸ਼ਨ ਦੀ ਗੱਲ ਕਰੀਏ ਤਾਂ ਇਹ ਵੀ ਤੁਸੀਂ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਐਸਜੀਪੀਸੀ ਦਾ ਇੱਕ ਵਫਦ ਪਹਿਲਾਂ ਰਾਜਪਾਲ ਨੂੰ ਮਿਲਦਾ ਹੈ ਜੀ, ਉਸ ਤੋਂ ਬਾਅਦ ਹੁਣ ਸਮਾਂ ਮੰਗਿਆ ਜਾ ਰਿਹਾ ਅਮਿਤ ਸ਼ਾਹ ਨੂੰ ਮਿਲਣ ਦਾ,
ਤੇ ਦੂਸਰੇ ਪਾਸੇ ਸਮਾਂ ਮੰਗਿਆ ਜਾ ਰਿਹਾ ਰਾਸ਼ਟਰਪਤੀ ਨੂੰ ਮਿਲਣ ਦਾ। ਕੀ ਹੁਣ ਐਸਜੀਪੀਸੀ ਇਹ ਗੱਲ ਮੰਨ ਚੁੱਕੀ ਹੈ ਵੀ ਇਹ ਜੋ ਬਿੱਲ ਸਰਕਾਰ ਲੈ ਕੇ ਹੈ ਬਿਲਕੁਲ ਜਾਇਜ਼ ਹੈ ਤੇ ਕਾਨੂੰਨ ਬਣ ਸਕਦਾ? ਕਿ ਇਹ ਖਦਸ਼ਾ ਕਿਤੇ ਨਾ ਕਿਤੇ ਐਸਜੀਪੀਸੀ ਦੇ ਮਨ ਦੇ ਵਿੱਚ ਵੀ ਚੱਲ ਰਿਹਾ ਹੈ? ਤਾਂ ਜੀ ਕਿਉਂਕਿ ਜਿਸ ਤਰ੍ਹਾਂ ਸਿਨੈਰੀਓ ਬਣਦਾ ਜਾ ਰਿਹਾ ਹੈ, ਉਹ ਲਗਾਤਾਰ ਕਦੇ ਰਾਜਪਾਲ ਸਾਹਿਬ ਨੂੰ, ਹੁਣ ਰਾਸ਼ਟਰਪਤੀ ਤੇ ਅਮਿਤ ਸ਼ਾਹ ਨੂੰ ਮਿਲਣ ਦੇ ਲਈ ਟਾਈਮ ਮੰਗ ਰਹੇ ਨੇ। ਕੀ ਖਦਸ਼ਾ ਕਿਤੇ ਨਾ ਕਿਤੇ ਮਨ ਦੇ ਵਿੱਚ ਹੈ? ਦੇਖੋ, ਖਦਸ਼ਾ ਦੇ ਵਿੱਚ ਕੋਈ ਨਹੀਂ, ਇਹਦੀ ਰਾਜਨੀਤਿਕ ਲਾਹਾ ਐਸਜੀਪੀਸੀ ਲੈਣ ਦੀ ਕੋਸ਼ਿਸ਼ ਕਰ ਰਹੀ ਜੀ, ਕਿਉਂਕਿ ਸਪਸ਼ਟ ਤੌਰ ਦੇ ਉੱਤੇ ਹੈ ਕਿ ਜਿਸ ਧਾਰਾ ਨੂੰ ਇਹ ਕੋਟ ਕਰਦੇ ਨੇ ਕਿ ਐਸਜੀਪੀਸੀ ਦੇ ਜਨਰਲ ਹਾਊਸ ਦੀ ਪ੍ਰਵਾਨਗੀ ਦੇ ਨਾਲ ਹੀ ਗੁਰਦੁਆਰਾ ਐਕਟ ਦੀ ਅਮੈਂਡਮੈਂਟ ਹੋ ਸਕਦੀ ਹੈ। ਇਹ ਸੰਵਿਧਾਨਕ ਤੌਰ ਦੇ ਉੱਤੇ ਗੱਲ ਜਿਹੜੀ ਹੈ ਮਨਾਉਣ ਵਾਸਤੇ, ਜੇ ਇਹਦੇ 'ਚ ਕੋਈ ਕਿੰਤੂ ਪ੍ਰੰਤੂ ਵੀ ਹੋਏ ਤੇ ਉਹਦੇ ਲਈ ਗਵਰਨਰ ਨੂੰ ਮਿਲਣਾ, ਅਮਿਤ ਸ਼ਾਹ ਨੂੰ ਮਿਲਣਾ, ਰਾਸ਼ਟਰਪਤੀ ਨੂੰ ਮਿਲਣਾ, ਉਸ ਜਿਹੜਾ ਆਪਣੇ ਆਪ 'ਚ ਇੰਟਰਪ੍ਰੀਟੇਸ਼ਨ ਦੇ ਮਾਮਲੇ ਦੇ ਵਿੱਚ ਠੀਕ ਹੈ ਕਿ ਗਲਤ ਹੈ, ਉਸ ਨੂੰ ਮਨਾਉਣ ਦਾ ਜਿਹੜਾ ਆਧਾਰ ਜਿਹੜਾ ਬਣਿਆ। ਔਰ ਇਹਦੇ ਨਾਲ ਅਸਲੀ ਗੱਲ ਜਿਹੜੀ ਹੈ, ਐਸਜੀਪੀਸੀ ਨੂੰ ਮੌਕਾ ਮਿਲਿਆ ਹੈ ਭਗਵੰਤ ਮਾਨ ਉਹਨਾਂ ਨੂੰ ਸਿੱਖ ਵਿਰੋਧੀ ਜਿਹੜਾ ਹੈ ਉਹ ਆਧਾਰ ਕਰਨਾ। ਜਿਹੜਾ ਐਸਜੀਪੀਸੀ ਦਾ ਇਜਲਾਸ ਵੀ ਹੋਇਆ, ਵਿਸ਼ੇਸ਼ ਇਜਲਾਸ ਇਸ ਗੁਰਦੁਆਰਾ ਐਕਟ ਬਾਰੇ ਹੀ ਹੋਇਆ, ਉਹਦੇ ਵਿੱਚ ਵੀ ਚਰਚਾ ਜਿਹੜੀ ਹੈ ਉਹਦੇ ਵਿੱਚ ਸਾਰੀਆਂ ਪਾਰਟੀਆਂ ਨੇ, ਸਾਰੇ ਪ੍ਰਤੀਨਿਧਾਂ ਨੇ, ਔਰ ਉਹ ਜਿਹੜੇ ਕਿ ਅਕਾਲੀ ਦਲ ਨੂੰ ਛੱਡ ਗਏ ਨੇ, ਉਹਨਾਂ ਨੇ ਵੀ ਜਿਹੜਾ ਹੈ ਉਹ ਸਮਰਥਨ ਕੀਤਾ ਹੈ ਐਸਜੀਪੀਸੀ ਦਾ ਕਿ ਇਹਦੇ ਵਿੱਚ ਸਰਕਾਰ ਦਾ ਦਖਲ ਕਿਸੇ ਤਰ੍ਹਾਂ ਨਹੀਂ ਚਾਹੀਦਾ, ਔਰ ਸਰਕਾਰ ਨੂੰ ਇਹ ਹੱਕ ਨਹੀਂ ਕਿ ਗੁਰਦੁਆਰਾ ਐਕਟ ਦੀ ਅਮੈਂਡਮੈਂਟ ਜਿਹੜੀ ਉਹ ਕਰ ਸਕੇ। ਕਿਉਂਕਿ ਇਹ ਵੀ ਗੱਲ ਅਜੇ ਵਿਵਾਦਤ ਹੈ ਕਿ ਵਿਧਾਨ ਸਭਾ ਦੇ ਘੇਰੇ ਵਿੱਚ ਆਉਂਦੀ ਹੈ ਕਿ ਨਹੀਂ ਆਉਂਦੀ। ਸੋ ਕਈ ਸੰਵਿਧਾਨ ਦੇ ਆਧਾਰ ਨੇ ਐਸਜੀਪੀਸੀ ਉਹਦਾ ਪ੍ਰੈਸ਼ਰ ਜਿਹੜਾ ਉਹ ਬਣਾ ਕੇ ਇਹਦੇ 'ਚ ਪੋਲੀਟੀਕਲ ਬੇਸ ਲੈਣਾ ਚਾਹੁੰਦੀ ਹੈ। ਭਗਵੰਤ ਮਾਨ ਸ਼ਾਇਦ ਸਿੱਖਾਂ ਨੂੰ ਨਾਰਾਜ਼ ਕਰਕੇ, ਹਿੰਦੂ ਭਾਈਚਾਰੇ ਨੂੰ ਖੁਸ਼ ਕਰਕੇ ਉਹ ਸਮਝਦੇ ਆ ਕਿ ਮੈਨੂੰ ਜ਼ਿਆਦਾ ਗੇਨ ਹੈ। ਲੜਾਈ ਜਿਹੜੀ ਹੈ ਉਹ ਰਾਜਨੀਤਿਕ ਹੈ, ਸੰਵਿਧਾਨਕ ਜਿਹੜੇ ਨੇ ਉਹ ਬਾਨੇ ਨੇ, ਉਹਦੇ ਵਿੱਚ ਬੀਜੇਪੀ ਨੂੰ ਕੀ ਸੂਟ ਕਰਦਾ ਹੈ ਉਹ ਸਾਹਮਣੇ ਗਵਰਨਰ ਫੈਸਲਾ ਕਰੇਗਾ, ਔਰ ਜਿਹੜਾ ਉਹ ਐਸਜੀਪੀਸੀ ਨੂੰ ਕੀ ਸੂਟ ਕਰਦਾ ਉਹਦੇ ਬਾਰੇ ਸਪਸ਼ਟ ਨਹੀਂ। ਉਹਨਾਂ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਜੇਕਰ ਇਹ ਇਵੇਂ ਹੀ ਚੱਲਿਆ ਤੇ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ਇੱਕ ਅੰਦੋਲਨ ਜਿਹੜਾ ਆਰੰਭ ਕਰਾਂਗੇ, ਇੱਕ ਮੋਰਚਾ ਜਿਹੜਾ ਲਾਵਾਂਗੇ, ਔਰ ਉਸ ਮੋਰਚੇ ਲਾਉਣ ਦੇ ਵਿੱਚ ਵੀ ਭਾਰਤ ਭਰ ਵਿੱਚ ਵੀ ਜਿਹੜੀ ਹੈ ਉਹ ਸਮਰਥਨ ਲੈਣ ਦਾ ਜਿਹੜਾ ਉਹ ਕੋਸ਼ਿਸ਼ ਕਰਾਂਗੇ। ਸੋ ਰਾਜਨੀਤੀ, ਸੰਵਿਧਾਨ, ਗਵਰਨਰ ਦੀਆਂ ਸ਼ਕਤੀਆਂ, ਸੈਸ਼ਨ ਦੀ ਜਿਹੜੀ ਹੈ ਉਹ ਸੰਵਿਧਾਨਕ ਹੋਣਾ ਕਿ ਨਾ ਹੋਣਾ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇੰਨੀਆਂ ਗੁੰਝਲਦਾਰ ਨੇ, ਜਿਸ ਗੁੰਝਲਦਾਰ ਦੇ ਵਿੱਚ ਲੱਗਦਾ ਇਹ ਹੈ ਕਿ ਬਿੱਲ ਤੇ ਖਟਾਈ ਜਿਹੜੇ ਨੇ ਉਹ ਪੈ ਜਾਣੇ ਨੇ ਜਾਂ ਪੈ ਗਏ ਨੇ। ਇਹਦੇ ਵਿੱਚ ਭਗਵੰਤ ਮਾਨ ਲਈ ਕੋਈ ਰੀਕਨਸੀਲੇਸ਼ਨ ਦੀ ਗੱਲ ਗਵਰਨਰ ਨਾਲ ਨਹੀਂ ਕਰ ਰਹੇ, ਬਲਕਿ ਲੜਾਈ ਨੂੰ ਲਗਾਤਾਰ ਵਧਾਉਣ ਦੀ ਗੱਲ ਜਿਹੜੀ ਉਹ ਕਰ ਰਹੇ ਨੇ। ਉਹਨਾਂ ਦੀਆਂ ਚਿੱਠੀਆਂ ਦਾ ਜਵਾਬ ਨਹੀਂ ਦੇ ਰਹੇ। ਸੋ ਇਹ ਸਮਝ ਲਿਆ ਜਾਏ ਕਿ ਇਹ ਬਿੱਲ ਹੀ ਰਹਿਣੇ ਨੇ, ਔਰ ਇਹਦੇ ਵਿੱਚ ਰਾਜਨੀਤੀ ਜਿਹੜੀ ਹੈ 2024 ਦੇ ਇਲੈਕਸ਼ਨ ਤੱਕ ਵੀ ਹੁੰਦੀ ਰਹਿਣੀ ਹੈ। ਔਰ ਜਿਵੇਂ ਸੰਭਾਵਨਾਵਾਂ ਪ੍ਰਗਟ ਕੀਤੀਆਂ ਜਾ ਰਹੀਆਂ ਨੇ, ਬੀਜੇਪੀ ਔਰ ਅਕਾਲੀ ਦਲ ਦੇ ਸਮਝੌਤੇ ਹੋਣ ਦੀਆਂ ਜਿਹੜੇ ਆਸਾਰ ਨੇ, ਉਹਨੂੰ ਹੋਰ ਵੀ ਜ਼ਿਆਦਾ ਸਮਰਥਨ ਜਿਹੜਾ ਉਹ ਮਿਲੇਗਾ। ਇਹ ਗੱਲ ਭਗਵੰਤ ਮਾਨ ਉਹਨਾਂ ਨੂੰ ਰਾਜਨੀਤਿਕ ਤੌਰ ਤੇ ਵਿਚਾਰਨ ਦੀ ਵੀ ਲੋੜ ਹੈ ਕਿ ਇਹਦੇ ਤੇ ਜ਼ੋਰ ਦੇਣ ਦੀ ਲੋੜ ਹੈ ਕਿ ਨਹੀਂ, ਕੇਸ ਨੂੰ ਮਨਾਉਣ ਦੀ ਕੋਈ ਆਧਾਰ ਹੈ ਕਿ ਨਹੀਂ। ਜੀ, ਆਪਾਂ ਕਹਿ ਸਕਦੇ ਹਾਂ ਡਾਕਟਰ ਸਾਹਿਬ, ਕਹਿ ਸਕਦੇ ਮਾਮਲਾ ਪੂਰਾ ਗੁੰਝਲਦਾਰ ਹੋ ਚੁੱਕਿਆ ਹੈ, ਪਰਤ ਦਰ ਪਰਤ ਸਮਝਿਆ ਜਾਊਗਾ ਹੌਲੀ ਹੌਲੀ। ਤੇ ਪਰ ਜਿਸ ਤਰੀਕੇ ਨਾਲ ਤੁਸੀਂ ਇੱਕ ਫਾਈਨਲ ਸਟੇਟਮੈਂਟ ਤੁਹਾਡੀ ਵੀ ਇਹ ਇੰਨੀ ਜਲਦੀ ਬਿੱਲ ਜੋ ਨੇ ਉਹ ਕਾਨੂੰਨ ਬਣਨ ਵਾਲੇ ਨਹੀਂ, ਕਿਉਂਕਿ ਕ੍ਰਾਈਟੇਰੀਆ ਲੰਮਾ ਹੋ ਜਾਣਾ ਹੈ। ਤੇ ਜਿਸ ਤਰੀਕੇ ਨਾਲ ਐਸਜੀਪੀਸੀ ਰਾਜਪਾਲ ਤੋਂ ਇਲਾਵਾ ਹੁਣ ਸੈਂਟਰ ਦੇ ਵਿੱਚ ਵੀ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਰਾਸ਼ਟਰਪਤੀ ਨੂੰ ਮਿਲਣ ਦਾ ਸਮਾਂ, ਅਮਿਤ ਸ਼ਾਹ ਜੀ ਨੂੰ ਮਿਲਣ ਦਾ ਸਮਾਂ, ਤਾਂ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਬਿੱਲ ਖਟਾਈ 'ਚ ਪੈਂਦੇ ਨਜ਼ਰ ਆਉਣਗੇ, ਇੰਨੀ ਜਲਦੀ ਇਹਨਾਂ ਉੱਪਰ ਫੈਸਲਾ ਨਹੀਂ ਹੋਣਾ। ਤੇ ਦੂਸਰਾ ਤੁਸੀਂ 24 ਦੀ ਗੱਲ ਕੀਤੀ ਹੈ, 24 ਦੀਆਂ ਇਲੈਕਸ਼ਨਾਂ ਦਾ ਵੀ ਇਹ ਬਿੱਲ, ਜੇ ਆਪਾਂ ਕਹਿ ਸਕਦੇ ਬਿੱਲਾਂ ਦਾ ਪ੍ਰਭਾਵ ਬਹੁਤ ਜ਼ਿਆਦਾ ਪੈਣ ਵਾਲਾ। ਇਸ ਕਰਕੇ ਕੋਈ ਵੀ ਆਪਾਂ ਸੈਂਟਰ ਸਰਕਾਰ ਗੱਲ ਕਰੀਏ ਜਾਂ ਰਾਜਪਾਲ ਸਾਹਿਬ ਦੀ ਗੱਲ ਕਰੀਏ, ਕੋਈ ਰਿਸਕ ਨਹੀਂ ਲੈਣਾ ਚਾਹੁੰਦੇ ਸ਼ਾਇਦ 24 ਦੇ ਇਲੈਕਸ਼ਨ ਤੋਂ ਪਹਿਲਾਂ ਮਾਮਲਾ ਲਟਕਦਾ ਨਜ਼ਰ ਆ ਰਿਹਾ। ਦੂਸਰੇ ਪਾਸੇ ਇਹਦੇ ਵਿੱਚ ਇਹ ਹੈ ਕਿ ਅਕਾਲੀ ਦਲ ਨੂੰ ਇਹਦੇ ਵਿੱਚ ਜਿਹੜਾ ਬੈਨੀਫਿਟ ਹੈ, ਆਮ ਆਦਮੀ ਪਾਰਟੀ ਦਾ ਜਿਹੜਾ ਇਹਦੇ ਵਿੱਚ ਨੁਕਸਾਨ ਹੈ, ਔਰ ਇਹਦੇ ਵਿੱਚ ਜਿਹੜਾ ਹੈ ਉਹ ਰਾਜਨੀਤੀ ਦਾ ਜਿਹੜਾ ਆਧਾਰ ਹੈ ਗਵਰਨਰ ਸਾਹਿਬ ਨੇ ਤੇ ਫੈਸਲਾ ਜਿਹੜਾ ਹੈ ਜਿੱਥੇ ਇੱਕ ਸੰਵਿਧਾਨਿਕ ਲੈਣਾ ਹੈ ਉੱਥੇ ਨਾਲ ਜਿਹੜਾ ਉਹ ਰਾਜਨੀਤੀ ਦੇ ਤੌਰ ਤੇ ਵੀ ਲੈਣਾ ਹੈ। ਔਰ ਉਹਦੇ 'ਚ ਤੁਸੀਂ ਕਹੋ ਹਾਲ ਦੀ ਘੜੀ ਖਟਾਈ 'ਚ ਨਹੀਂ, ਦਰਅਸਲ ਇਹ ਬਿੱਲ ਜਿਹੜੇ ਨੇ ਬਿੱਲ ਹੀ ਰਹਿਣਗੇ। 2024 ਤੋਂ ਬਾਅਦ ਇਹਦੇ ਬਾਰੇ ਜਿਹੜਾ ਚੋਣਾਂ ਤੋਂ ਬਾਅਦ ਕੋਈ ਫੈਸਲਾ ਹੋਵੇ ਤੇ ਹੋਵੇ, ਉਦੋਂ ਪਹਿਲਾਂ ਕਿਸੇ ਕਿਸਮ ਦੀ ਸੰਭਾਵਨਾ ਖਦਸ਼ਿਆਂ ਦੀ ਗੱਲ ਤੇ ਬਿਲਕੁਲ ਭੁੱਲ ਜਾਓ,
ਕਲੀਅਰ ਜੀ। ਕੱਟ ਹੈ ਕਿ ਇਹਦੇ ਬਾਰੇ ਕੁਝ ਨਹੀਂ ਵੀ ਹੈ। ਇਹ ਗੱਲ ਸਾਲ ਕਲੀਅਰ ਹੈ ਵੀ ਬਿੱਲ ਜੇਕਰ ਕਾਨੂੰਨ ਬਣਦੇ ਨੇ ਤਾਂ ਉਸ ਦੇ ਵਿੱਚ ਵੀ ਲੰਮਾ ਟਾਈਮ ਲੱਗ ਸਕਦਾ। ਹਜੇ ਕਟਾਈ ਦੇ ਵਿੱਚ ਪੈਂਦੇ ਹੋਏ ਨਜ਼ਰ ਆ ਰਹੇ ਨੇ ਜਿਹੜੇ 2 ਬਿੱਲ ਸਰਕਾਰ ਵੱਲੋਂ, ਪੰਜਾਬ ਸਰਕਾਰ ਵੱਲੋਂ ਰਾਜਪਾਲ ਜੀ ਦੇ ਆਫਿਸ ਭੇਜ ਦਿੱਤੇ ਗਏ ਨੇ। ਦੂਸਰੇ ਪਾਸੇ ਮਾਨ ਸਰਕਾਰ ਦੀ ਗੱਲ ਕਰੀਏ, ਕਿਉਂਕਿ ਮਾਨ ਸਰਕਾਰ ਹਮੇਸ਼ਾ ਹੀ ਇਹ ਕਹਿੰਦੀ ਨਜ਼ਰ ਆਈ ਹੈ ਕਿ ਉਹ ਕਿਸਾਨਾਂ ਦੇ ਨਾਲ ਖੜੀ ਹੈ, ਉਹਨਾਂ ਦੀ ਪਿੱਠ ਉੱਪਰ ਖੜੀ ਹੈ। ਤੇ ਕੇਜਰੀਵਾਲ ਸਾਹਿਬ ਦੇ ਬਿਆਨਾਂ ਦੀ ਗੱਲ ਕਰੀਏ ਜਾਂ ਭਗਵੰਤ ਸਿੰਘ ਮਾਨ ਦੇ ਬਿਆਨਾਂ ਦੀ ਗੱਲ ਕਰੀਏ, ਇਲੈਕਸ਼ਨ ਤੋਂ ਪਹਿਲਾਂ 2022 ਦੀ ਇਲੈਕਸ਼ਨ ਤੋਂ ਪਹਿਲਾਂ ਇਹ ਕਹਿੰਦੇ ਨਜ਼ਰ ਆਏ ਸੀ ਕਿ ਕਿਸਾਨਾਂ ਦੇ ਨਾਲ ਰਹਾਂਗੇ, ਕੋਈ ਵੀ ਕਿਸਾਨ ਖੁਦਕੁਸ਼ੀ ਨਹੀਂ ਕਰੇਗਾ। ਐਮਐਸਪੀ ਦੇ ਮੁੱਦੇ ਉੱਪਰ ਵੀ ਵੱਖ-ਵੱਖ ਸਮੇਂ ਬੋਲਦੇ ਨਜ਼ਰ ਆਏ ਸੀ ਵੀ ਤਕਰੀਬਨ ਪੰਜਾਬ ਦੀਆਂ ਸਾਰੀਆਂ ਫਸਲਾਂ ਨੂੰ ਐਮਐਸਪੀ ਦੇ ਦਾਇਰੇ 'ਚ ਲਿਆਂਦਾ ਜਾਏਗਾ। ਲੇਕਿਨ ਦੂਸਰੇ ਪਾਸੇ ਹੁਣ ਗੱਲ ਮੂੰਗੀ ਦੀ ਕਰੀਏ, ਕਿਉਂਕਿ ਮੰਡੀਆਂ ਦੇ ਵਿੱਚ ਹੈ, ਉਸ ਦੇ ਉੱਪਰ ਸਰਕਾਰ ਵੱਲੋਂ ਕੋਰੀ ਨਾ ਪੰਜਾਬ ਦੇ ਕਿਸਾਨਾਂ ਨੂੰ ਕੀਤੀ ਗਈ ਹੈ। ਕਿਉਂਕਿ ਪਿਛਲੇ ਸਮੇਂ ਦੇ ਵਿੱਚ ਸਰਕਾਰ ਵੱਲੋਂ ਜੋ ਐਮਐਸਪੀ ਦਿੱਤੀ ਗਈ ਸੀ ਜਾਂ ਮੁੱਲ ਤੈਅ ਕੀਤਾ ਗਿਆ ਸੀ ਉਹ 7275 ਰੁਪਏ ਸੀ ਤੇ ਇਸ ਸਾਲ ਦੇ ਲਈ 7755 ਰੁਪਏ ਰੇਟ ਤੈਅ ਕੀਤਾ ਗਿਆ ਸੀ। ਲੇਕਿਨ ਬਹੁਤ ਥੋੜੀ ਮਿਕਦਾਰ ਦੇ ਵਿੱਚ ਸਰਕਾਰ ਵੱਲੋਂ ਇਸ ਰੇਟ ਦੇ ਉੱਪਰ ਫਸਲ ਖਰੀਦੀ ਗਈ ਹੈ, ਮੂੰਗੀ ਖਰੀਦੀ ਗਈ ਹੈ। ਬਾਕੀ ਜੋ ਪ੍ਰਾਈਵੇਟ ਸੈਕਟਰ ਦੇ ਵਿੱਚ ਮੂੰਗੀ ਦੀ ਫਸਲ ਜਾ ਰਹੀ ਹੈ ਉਹ ਬਹੁਤ ਘੱਟ ਰੇਟਾਂ ਤੇ ਆ। ਤੇ ਦੁਖਾਂਤ ਉੱਪਰ ਇਹ ਕਿ ਸਰਕਾਰ ਵੱਲੋਂ ਪਿਛਲੇ ਸਮੇਂ ਜੋ 1000 ਦਾ ਮੁਆਵਜ਼ਾ ਦਿੱਤਾ ਗਿਆ ਸੀ ਉਹ ਮੁਆਵਜ਼ਾ ਦੇਣ ਤੋਂ ਵੀ ਹੁਣ ਸਰਕਾਰ ਹੱਥ ਖੜੇ ਕਰਦੀ ਨਜ਼ਰ ਆ ਰਹੀ ਹੈ। ਜਿਸ ਤਰੀਕੇ ਦੇ ਨਾਲ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਬਿਆਨ ਆਇਆ, ਕਿਵੇਂ ਦੇਖ ਰਹੇ ਹੋ ਸਰਕਾਰ ਦੇ ਇਸ ਯੂ ਟਰਨ ਨੂੰ? ਕਿ ਸਰਕਾਰ ਸੱਚਮੁੱਚ ਹੁਣ ਕਿਸਾਨਾਂ ਨੂੰ ਝਟਕਾ ਦੇਣ ਜਾ ਰਹੀ ਹੈ ਕਿ ਸੱਚਮੁੱਚ ਆਪਣੇ ਵਾਅਦਿਆਂ ਤੋਂ, ਕਿਸਾਨਾਂ ਨਾਲ ਕੀਤੇ ਵਾਅਦਿਆਂ ਤੋਂ ਵੀ ਮੁੱਕਰਦੀ ਸਰਕਾਰ ਨਜ਼ਰ ਆ ਰਹੀ ਹੈ? ਦੇਖੋ ਗੱਲ ਇਹ ਹੈ ਕਿ ਪਹਿਲੀ ਗੱਲ ਤੇ ਕਾਰ ਦੀ ਨੀਤੀ ਜਿਹੜੀ ਸੀ ਉਹ ਐਗਰੀਕਲਚਰ ਦੇ ਸਾਇੰਟਿਸਟ ਦੇ ਪੁਆਇੰਟ ਆਫ ਵਿਊ ਨਾਲ ਗਲਤ ਸੀ ਕਿ ਇਹਨੂੰ ਬਦਲਿਆ ਸੀ ਕਿ ਫਸਲਾਂ ਦੇ ਚੱਕਰ ਨੂੰ ਜਿਹੜਾ ਬਦਲਣ ਵਾਸਤੇ ਤੇ ਪਾਣੀ ਬਚਾਉਣ ਦੀ ਆਧਾਰ ਸੀ। ਤੇ ਜਿਹੜੇ ਐਗਰੀਕਲਚਰ ਦੇ ਜਿਹੜੇ ਵਿਗਿਆਨੀ ਨੇ ਉਹ ਕਹਿੰਦੇ ਕਿ ਇਹ ਮੂੰਗੀ ਦੀ ਕਾਸ਼ਤ ਉੱਤੇ ਵੀ ਉਦੋਂ ਵੱਧ ਪਾਣੀ ਲੱਗਦਾ ਹੈ ਜਿੰਨਾ ਕਿ ਚਾਵਲਾਂ ਦੇ ਉੱਤੇ ਲੱਗਦਾ। ਸੋ ਸਰਕਾਰ ਅਨੁਸੂਚਿਤ ਕਰ ਬੈਠੀ ਮੂੰਗੀ ਵਾਲੀ ਗੱਲ ਕਿ ਮੂੰਗੀ ਦੀ ਦਾਲ ਦੇ ਉੱਤੇ ਜਿਹੜਾ ਅਸੀਂ ਕਰਾਂਗੇ। ਹੁਣ ਉਹਨਾਂ ਨੂੰ ਲੱਗਦਾ ਹੈ ਕਿ ਮੂੰਗੀ ਦੀ ਦਾਲ ਦੇ ਉੱਤੇ ਜੇ ਕਰਾਂਗੇ ਤਾਂ ਸਾਡਾ ਜ਼ਿਆਦਾ ਨੁਕਸਾਨ ਹੈ ਤੇ ਲੋਕਾਂ ਨੂੰ ਸਿੱਧਾ ਕਹਿਣਾ ਕਿ ਮੂੰਗੀ ਦੀ ਦਾਲ ਤੁਸੀਂ ਨਾ ਬੀਜੋ, ਉਹੀ ਥਾਂ ਦੇ ਉੱਤੇ ਉਹਨਾਂ ਨੇ ਆਪਣੇ ਹੱਥ ਖਿੱਚਣੇ ਜਿਹੜੇ ਨੇ ਸ਼ੁਰੂ ਕੀਤੇ ਨੇ। ਪਹਿਲੀ ਗੱਲ ਤੇ ਇਹ। ਦੂਜੀ ਗੱਲ ਹੈ ਕਿਸਾਨ ਸਮਰਥਕ ਭਗਵੰਤ ਮਾਨ ਹੋਰੀ ਕਹਿੰਦੇ ਹੋਣਗੇ, ਉਹਨਾਂ ਦੀ ਨੀਅਤ ਵੀ ਹੁੰਦੀ ਹੋਏਗੀ, ਪਰ ਜੋ ਆਰਥਿਕ ਸਥਿਤੀਆਂ ਨੇ ਪੰਜਾਬ ਦੀਆਂ, ਜਿਵੇਂ ਹੋਰ ਪਾਸੇ ਜਿਹੜੇ ਨੇ ਖਰਚੇ ਵਧਾਏ ਜਾ ਰਹੇ ਨੇ, ਉਹਨਾਂ ਹਾਲਤਾਂ ਦੇ ਵਿੱਚ ਕੋਈ ਵਿੱਤੀ ਸਹਾਇਤਾ ਜਿਹੜੀ ਹੈ ਉਹ ਦੇਣ ਤੋਂ ਗੁਰੇਜ਼ ਕਰਦੀ ਪਈ ਹੈ ਕਿਉਂਕਿ ਉਹਨਾਂ ਕੋਲ ਪੈਸਾ ਹੀ ਨਹੀਂ ਜਿਹੜਾ ਦੇ ਕੇ ਇਹਦੇ ਨਾਲ ਗੁਜ਼ਾਰਾ ਕਰੇ। ਕਿਉਂਕਿ ਕਣਕ ਦੀ ਤੇ ਬਾਸਮਤੀ ਨਹੀਂ, ਇਹ ਝੋਨੇ ਦੀ ਜਿਹੜੀ ਫਸਲ ਹੈ ਉਹਦੇ ਵਿੱਚ ਕੇਂਦਰ ਦਾ ਸਹਿਯੋਗ ਹੁੰਦਾ ਹੈ। ਇਹ ਮੂੰਗੀ ਦੇ ਦਾਲ ਦੇ ਉੱਤੇ ਕਿਸੇ ਕਿਸਮ ਦਾ ਸਹਿਯੋਗ ਕੇਂਦਰ ਤੋਂ ਜਿਹੜਾ ਉਹ ਨਹੀਂ ਮਿਲਦਾ। ਸੋ ਇਸ ਹਾਲਤ ਦੇ ਵਿੱਚ ਇਹ ਸਮਝਣਾ ਚਾਹੀਦਾ ਹੈ ਕਿ ਕਿਸਾਨਾਂ ਨਾਲ ਧੋਖਾ ਹੋ ਗਿਆ ਔਰ ਕਿਸਾਨਾਂ ਨੂੰ ਕਿਸੇ ਤਰ੍ਹਾਂ ਵੀ ਐਮਐਸਪੀ ਦੇ ਨਾਂ ਥੱਲੇ ਜਾਂ ਉਹਨਾਂ ਦੀ ਸਬਸਿਡੀ ਦੇ ਨਾਂ ਥੱਲੇ ਕੁਝ ਵੀ ਸਹਾਇਤਾ ਮਿਲਣ ਦੀ ਸੰਭਾਵਨਾ ਨਹੀਂ। ਐਗਰੀਕਲਚਰ ਮਿਨਿਸਟਰ ਦੀ ਜਿਹੜੀਆਂ ਨੇ ਮਜਬੂਰੀਆਂ ਨੇ ਕਿ ਜੇਕਰ ਪੈਸਾ ਨਹੀਂ ਤਾਂ ਕਿਵੇਂ ਉਹਨਾਂ ਨੂੰ ਜਿਹੜਾ ਦੇਵੇ। ਔਰ ਇਸ ਕਰਕੇ ਤੁਸੀਂ ਭਾਵੇਂ ਕਿਸਾਨ ਵਿਰੋਧੀ ਕਹਿ ਦਿਓ ਜਾਂ ਆਮ ਆਦਮੀ ਪਾਰਟੀ ਦੀ ਮਜਬੂਰੀ ਕਹਿ ਰਹੇ ਹੋ, ਇਹਦੇ ਵਿੱਚ ਜਿਹੜੀ ਹੈ ਤੁਸੀਂ ਕੋਈ ਵੀ ਜਿਹੜਾ ਆਧਾਰ ਜਿਹੜਾ ਉਹ ਰੱਖ ਸਕਦੇ ਜੀ। ਆਪਾਂ ਕਹਿ ਸਕਦੇ ਵੀ ਕਿਸਾਨਾਂ ਨੂੰ ਇੱਕ ਵੱਡਾ ਝਟਕਾ, ਕਿਉਂਕਿ ਜਿੱਥੇ ਐਮਐਸਪੀ ਦੀ ਗੱਲ ਕੀਤੀ ਜਾ ਰਹੀ ਸੀ ਹੁਣ ਕੁਝ % ਤੱਕ, ਕਿਉਂਕਿ ਜੋ ਸੂਚਨਾ ਸਾਡੇ ਤੱਕ ਪਹੁੰਚੀ ਉਸ ਦੇ ਅਕੋਰਡਿੰਗ 4.5 ਲੱਖ ਕੁਆਂਟਲ ਜਿਹੜੀ ਫਸਲ ਹੈ ਹੁਣ ਤੱਕ ਮੰਡੀਆਂ 'ਚ ਆ ਚੁੱਕੀ ਹੈ, ਜਿਹਦੇ ਵਿੱਚ ਸਿਰਫ ਔਰ ਸਿਰਫ 2500 ਕੁਆਂਟਲ ਸਰਕਾਰੀ ਰੇਟ ਤੇ ਖਰੀਦੀ ਗਈ ਹੈ, ਭਾਵ 7755 ਰੇਟ ਦੇ ਉੱਪਰ। ਤੇ ਉਸ ਤੋਂ ਬਾਅਦ ਇਹ 1.5 ਲੱਖ ਕੁਆਂਟਲ ਫਸਲ ਖਰੀਦੀ ਗਈ ਹੈ ਮੂੰਗੀ ਦੀ ਪ੍ਰਾਈਵੇਟ ਸੈਕਟਰ ਦੇ ਵੱਲੋਂ, ਉਹ ਬਹੁਤ ਘੱਟ ਰੇਟਾਂ ਦੇ ਉੱਪਰ ਹੈ। ਤੇ ਦੂਸਰੇ ਪਾਸੇ ਪਿਛਲੇ ਸਮੇਂ ਦੇ ਵਿੱਚ ਮਿਲਣ ਵਾਲਾ 1000 ਦਾ ਮੁਆਵਜ਼ਾ ਵੀ ਇਸ ਵਾਰ ਕਿਸਾਨਾਂ ਨੂੰ ਨਹੀਂ ਮਿਲਦਾ। ਸੋ ਕਹਿ ਸਕਦੇ ਹਾਂ, ਤੇ ਨਾਲ ਹੀ ਨਾਲ ਇਹ ਵੀ ਆਪਾਂ ਜਾਣਕਾਰੀ ਆਪਣੇ ਦਰਸ਼ਕਾਂ ਨੂੰ ਦੇ ਦਈਏ ਕਿ ਇਹ ਹਾਲਾਤ ਦੇਖਦੇ ਹੋਏ ਪਿਛਲੇ ਸਮੇਂ ਨਾਲੋਂ ਇਸ ਸਮੇਂ ਜੋ ਬਿਜਾਈ ਆ ਉਹ 77% ਘੱਟ, ਰਕਬਾ ਹੋਰ ਘਟਿਆ, ਮੂੰਗੀ ਦੀ ਫਸਲ ਹੇਠ ਰਕਬਾ ਹੋਰ ਘਟਿਆ। ਸੋ ਇਹ ਜਾਣਕਾਰੀ ਵੀ ਸਾਡੇ ਤੱਕ ਪਹੁੰਚੀ, ਕਿਉਂਕਿ ਜਿਸ ਤਰੀਕੇ ਦੇ ਨਾਲ ਸਰਕਾਰ ਕਿਸਾਨਾਂ ਤੋਂ ਪਿੱਛਾ ਛਡਾਉਂਦੀ ਨਜ਼ਰ ਆ ਰਹੀ ਹੈ ਐਮਐਸਪੀ ਦੇ ਮਾਮਲੇ ਤੇ, ਜਾਂ ਫਿਰ ਮੁਆਵਜ਼ੇ ਦੇ ਵਿੱਚ ਪਿੱਛੇ ਹਟਦੀ ਨਜ਼ਰ ਆ ਰਹੀ ਹੈ। ਸੋ ਕਿਸਾਨ ਵੀ ਹੁਣ ਫਿਰ ਤੋਂ ਇਹ ਫਸਲੀ ਚੱਕਰਾਂ ਦੇ ਵਿੱਚ ਪੈਂਦੇ ਹੋਏ ਨਜ਼ਰ ਆ ਰਹੇ ਨੇ। ਲੱਗਦਾ ਕਿ ਰਵਾਇਤੀ ਫਸਲਾਂ ਵੱਲ ਵਾਪਸ ਜਾਣਗੇ। ਤੇ ਉਧਰ ਗੱਲਬਾਤ ਕਰੀਏ ਪੇਂਡੂ ਪੰਚਾਇਤ ਮੰਤਰੀ ਲਾਲਜੀਤ ਭੁੱਲਰ, ਜੋ ਕਿ ਐਕਸ਼ਨ ਦੇ ਵਿੱਚ ਨੇ। ਕੱਲ੍ਹ ਵੀ ਖੰਨਾ ਦੇ ਨਜ਼ਦੀਕ ਪਿੰਡ ਈਸੜੂ 'ਚ ਉਹਨਾਂ ਵੱਲੋਂ ਵੱਡਾ ਐਕਸ਼ਨ ਕਰਕੇ ਪੰਚਾਇਤੀ ਜ਼ਮੀਨ ਜਾਂ ਸ਼ਾਮਲਾਟ ਜ਼ਮੀਨ ਨੂੰ ਛਡਾਇਆ ਗਿਆ।
ਉੱਥੇ ਹੀ ਇੱਕ ਉਹ ਤਿੱਖੇ ਲਹਿਜੇ ਦੇ ਵਿੱਚ ਵਿਧਾਇਕਾਂ ਅਤੇ ਲੀਡਰਾਂ ਨੂੰ ਕਹਿੰਦੇ ਨਜ਼ਰ ਆਏ ਨੇ ਵੀ ਕੋਈ ਵੀ ਲੀਡਰ ਜਾਂ ਵਿਧਾਇਕ ਉਹਨਾਂ ਲੋਕਾਂ ਦੀ ਮਦਦ ਨਾ ਕਰੇ ਜਿਨ੍ਹਾਂ ਦੇ ਵੱਲੋਂ ਸਰਕਾਰੀ ਜ਼ਮੀਨਾਂ ਦੇ ਉੱਪਰ ਪੰਚਾਇਤੀ ਜਾਂ ਫਿਰ ਸ਼ਾਮਲਾਟ ਜ਼ਮੀਨਾਂ ਦੇ ਉੱਪਰ ਕਬਜ਼ਾ ਕੀਤਾ ਹੋਇਆ। ਕਿ ਭਾਵੇਂ ਕਿ ਉਹਨਾਂ ਨਾਂ ਕਿਸੇ ਲੀਡਰ ਜਾਂ ਵਿਧਾਇਕ ਦਾ ਨਹੀਂ ਲੈਤਾ, ਲੇਕਿਨ ਤੁਸੀਂ ਕਿਵੇਂ ਦੇਖ ਰਹੇ ਹੋ ਕਿ ਇਹ ਇਸ਼ਾਰਾ ਕਿਵੇਂ ਹੋ ਸਕਦਾ ਹੈ? ਇਸ ਇਸ਼ਾਰੇ ਤੋਂ ਬਾਅਦ ਕਿ ਹੁਣ ਇਹ ਮੰਤਰੀ ਜਾਂ ਵਿਧਾਇਕ ਨੇ ਕਿ ਉਹਨਾਂ ਲੋਕਾਂ ਦਾ ਪੱਖ ਪੂਰੋਂ ਹਟਣਗੇ ਜਿਨ੍ਹਾਂ ਲੋਕਾਂ ਕੋਲੇ ਇਹ ਸਰਕਾਰੀ ਪ੍ਰਾਪਰਟੀਆਂ ਦੱਬੀਆਂ ਹੋਈਆਂ ਨੇ। ਕਿਵੇਂ ਦੇਖ ਰਹੇ ਹੋ ਲਾਲਜੀਤ ਭੁੱਲਰ ਦੇ ਬਿਆਨ ਨੂੰ? ਦੇਖੋ, ਪਹਿਲੀ ਗੱਲ ਤੇ ਮੰਨ ਕੇ ਚੱਲੀਏ ਕਿ ਜਿਹੜੇ ਵਿਧਾਇਕ ਨੇ ਉਹਨਾਂ ਕੋਲ ਪੂਰੀ ਤਰ੍ਹਾਂ ਜਿਹੜੀ ਹੈ ਉਹ ਇਨਫੋਰਮੇਸ਼ਨ ਹੋਏਗੀ ਕਿ ਉਹਨਾਂ ਨੇ ਨਜਾਇਜ਼ ਕਬਜ਼ੇ ਜਿਹੜੇ ਨੇ ਕੀਤੇ ਹੋਏ ਨੇ। ਐਕਸ਼ਨ ਲੈਣ ਤੋਂ ਪਹਿਲਾਂ ਸੁਚੇਤ ਕਰਨ ਦਾ ਮਤਲਬ ਇਹ ਹੈ ਕਿ ਐਕਸ਼ਨ ਲੈਣ ਤੋਂ ਵੀ ਬਚਿਆ ਜਾਏ ਔਰ ਜਿਹੜਾ ਉਹ ਕਬਜ਼ੇ ਵੀ ਜਿਹੜਾ ਛੁਡਾਏ, ਕਿਉਂਕਿ ਇੱਕ ਗੱਲ ਸਪਸ਼ਟ ਹੈ ਰਾਜਨੀਤਿਕ ਤੌਰ ਤੇ ਕਿ ਜਿਹੜੇ 92 MLA ਜਿੱਤ ਕੇ ਵੀ ਆਏ ਨੇ ਉਹਨਾਂ ਚੋਂ 60 ਦੇ ਲਗਭਗ ਦੇ ਹੋਣੇ ਜਿਹੜੇ ਕਾਂਗਰਸ ਵਿੱਚ, ਅਕਾਲੀ ਚ, BJP ਜਾਂ ਦੂਜੀਆਂ ਪਾਰਟੀਆਂ ਵਿੱਚ ਆਏ ਨੇ। ਔਰ ਜਿਵੇਂ ਉਹਨਾਂ ਤੇ ਸਾਰੇ ਐਲੀਗੇਸ਼ਨ ਲੱਗਦੇ ਨੇ ਕਿ ਭਾਵੇਂ ਕਾਂਗਰਸ ਹੈ, ਭਾਵੇਂ ਅਕਾਲੀ ਦਲ ਹੈ, ਭਾਵੇਂ BJP ਹੈ, ਸਾਰੀਆਂ ਪਾਰਟੀਆਂ ਦੇ MLA ਜਿਹੜੇ ਸਨ ਉਹ ਵੀ ਭ੍ਰਿਸ਼ਟਾਚਾਰੀ ਜਿਹੜੇ ਸਨ, ਜਿਵੇਂ ਭਗਵੰਤ ਮਾਨ ਹੋਰੀ ਵੀ ਕਹਿੰਦੀ। ਔਰ ਸਮੱਸਿਆ ਇਹ ਹੈ ਕਿ ਜਿਹੜੇ MLA ਨੇ ਜੁਆਇਨ ਕੀਤਾ ਹੈ ਉਹ ਵੀ ਉਸੇ ਸ਼ਾਇਦ ਕੈਟੇਗਰੀ ਵਿੱਚ ਹੈ ਸਨ, ਤੇ ਇਸ ਕਰਕੇ ਅਸੀਂ ਇਹ ਸਮਝ ਸਕਦੇ ਹਾਂ ਕਿ ਭੁੱਲਰ ਉਹਨਾਂ ਦੀ ਸਿੰਸੈਰਿਟੀ ਹੈ ਕਿ ਉਹ ਖਾਲੀ ਕਰਵਾਉਣਾ ਚਾਹੁੰਦੇ ਨੇ ਪਰ MLA ਦਾ ਵਿਰੋਧ ਨਾ ਹੋਵੇ ਔਰ ਜਿਹੜੀ ਹੈ ਸੁਰਤਾ ਬਣੇ, ਉਸ ਕਰਕੇ ਉਹਨਾਂ ਨੇ ਤਾੜਨਾ ਕੀਤੀ ਜਾਂ ਅਪੀਲ ਕੀਤੀ, ਲੇਕਿਨ ਮੂਲ ਪਰਪਸ ਕਬਜ਼ੇ ਛੁਡਾਉਣ ਦਾ ਹੈ। ਸੋ ਕੁਝ ਹੱਦ ਤੱਕ ਸਮਝਣਾ ਚਾਹੀਦਾ ਹੈ ਕਿ ਭੁੱਲਰ ਹੋਰੀ ਤੇ ਜਿਹੜੇ ਨੇ ਉਸ ਸੁਰਤਾ ਨਾਲ ਜਿਹੜੀ ਉਹ ਗੱਲ ਕਰ ਰਹੇ ਨੇ, ਲੇਕਿਨ ਅਮਲੀ ਤੌਰ ਦੇ ਉੱਤੇ, ਰਾਜਨੀਤਿਕ ਤੌਰ ਦੇ ਉੱਤੇ ਕਦੋਂ ਭੁੱਲਰ ਹੋਰਾਂ ਦੀਆਂ ਤਨਾਵਾਂ ਖਿੱਚੀਆਂ ਜਾਂਦੀਆਂ ਨੇ ਕਿ ਤੁਸੀਂ ਕਬਜ਼ੇ ਨਾ ਕਰੋ। ਜਿਵੇਂ ਪਹਿਲਾਂ ਵੀ ਧਾਲੀਵਾਲ ਉਹਨਾਂ ਦੇ ਕੁਲਦੀਪ ਸਿੰਘ ਧਾਲੀਵਾਲ ਜਿਹੜੇ ਐਗਰੀਕਲਚਰ ਮਿਨਿਸਟਰ ਸਨ ਉਹ ਵੀ ਕਬਜ਼ੇ ਛੁਡਾਉਣ ਵਾਲੇ ਪਾਸੇ ਗਏ ਸਨ ਔਰ ਉਹਨਾਂ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਵਾਲਾ ਪੈਲਸ ਹੈ ਮੈਂ ਤੇ ਉਹਦੇ ਵਿੱਚ ਵੀ ਜਿਹੜਾ ਨਾ ਸੁਖਬੀਰ ਬਾਦਲ ਦਾ ਜਿਹੜਾ ਹੋਟਲ ਹੈ ਉਹਨੂੰ ਵੀ ਮੈਂ ਖਤਮ ਕਰਕੇ ਉੱਥੇ ਕਿਰਾਏ ਤੇ ਦਿਆਂਗੇ, ਉਹਨੂੰ ਹੀ ਮੰਤਰੀ ਜਿਹੜਾ ਹਟਾ ਦਿੱਤਾ ਗਿਆ। ਸੋ ਜੇ ਭੁੱਲਰ ਹੋਰੀ ਬਹੁਤਾ ਕਹਿਣਗੇ ਕਿ ਮੰਤਰੀ ਪਦ ਤੋਂ ਜਿਹੜਾ ਆਪਣਾ ਹੱਥ ਕਰਨਗੇ ਜਾਂ ਘੱਟ ਘੱਟ ਪੋਰਟਫੋਲੀਓ ਜਿਹੜਾ ਉਹਨਾਂ ਦਾ ਬਦਲ ਦਿੱਤਾ ਜਾਏਗਾ। ਜੇਕਰ ਅਜਿਹੀ ਸਥਿਤੀ ਰਹੀ ਤੇ ਇਹ ਸਮਝਿਆ ਜਾ ਸਕਦਾ ਹੈ ਕਿ ਕਬਜ਼ੇ ਤਾਂ ਸ਼ਾਇਦ ਨਾ ਛੁਡਾਏ ਜਾਣ, ਭਾਵੇਂ ਜਿਹੜੇ ਨੇ ਮੰਤਰੀਆਂ ਦੇ ਪੋਰਟਫੋਲੀਓ ਦੇ ਦੂਜੇ ਬਦਲਤੇ ਜਾਣ, ਲੇਕਿਨ ਇਸ ਤੋਂ ਵੱਧ ਉਮੀਦ ਨਹੀਂ ਰੱਖਣੀ ਚਾਹੀਦੀ। ਪਰ ਜੇਕਰ ਕਿਤੇ ਭੁੱਲਰ ਹੋਰੀ ਸਕਸੈਸਫੁਲ ਹੋਣ ਤੇ ਇਸ ਗੱਲ 'ਚ ਅਸੀਂ ਆਮ ਆਦਮੀ ਪਾਰਟੀ ਨੂੰ ਮੁਬਾਰਕ ਵੀ ਦਿਆਂਗੇ, ਪਰ ਬਹੁਤੀ ਸੰਭਾਵਨਾ ਜਿਹੜੀ ਹੈ ਉਹ ਨਹੀਂ ਹੈ। ਬਿਲਕੁਲ, ਭਾਵੇਂ ਸੰਭਾਵਨਾ ਤਾਂ ਨਹੀਂ, ਲੇਕਿਨ ਇੱਕ ਵਾਰ ਚੇਤਾਵਨੀ ਉਹਨਾਂ MLA ਵਿਧਾਇਕਾਂ ਨੂੰ, ਉਹਨਾਂ ਲੀਡਰਾਂ ਨੂੰ ਵੀ ਹੈ ਜਿਹੜੇ ਇਹੋ ਜਿਹੇ ਲੋਕਾਂ ਦਾ ਸਾਥ ਦੇ ਰਹੇ ਨੇ ਜਿਨ੍ਹਾਂ ਦੇ ਵੱਲੋਂ ਸਰਕਾਰੀ ਜ਼ਮੀਨਾਂ ਦੱਬੀਆਂ ਹੋਈਆਂ ਨੇ। ਤੇ ਕਹਿ ਸਕਦੇ ਜਿਸ ਤਰੀਕੇ ਨਾਲ ਕੱਲ੍ਹ ਵੱਡੀ ਕਾਰਵਾਈ ਹੈ 100 ਏਕੜ ਦੇ ਨਜ਼ਦੀਕ ਜੋ ਜਾਣਕਾਰੀ ਸਾਡੇ ਤੱਕ ਪਹੁੰਚੇ ਵੀ 100 ਏਕੜ ਦੇ ਨਜ਼ਦੀਕ ਇਹ ਜਿਹੜੀ ਜ਼ਮੀਨ ਹੈ ਕੱਲ੍ਹ ਖੰਨੇ ਦੇ ਨੇੜੇ ਈਸੜੂ ਪਿੰਡ 'ਚ ਛੁਡਾਈ ਗਈ ਹੈ। ਲਗਾਤਾਰ ਕਾਰਵਾਈਆਂ ਕਰਦੇ ਹੋਏ ਨਜ਼ਰ ਆ ਰਹੇ ਨੇ ਲਾਲਜੀਤ ਭੁੱਲਰ ਜੀ। ਸੋ ਉਸ ਤੋਂ ਬਾਅਦ ਜਿਸ ਤਰ੍ਹਾਂ ਹੁਣ ਜੀ ਇੱਕ ਗੱਲ ਤੁਹਾਨੂੰ ਸਪਸ਼ਟ ਕਰ ਦਈਏ ਕਿ ਬਹੁਤਾ ਮਸਲਾ ਜਿਹੜਾ ਹੈ ਉਹ ਪੰਜਾਬ ਦੇ ਬਾਕੀ ਏਰੀਏ ਦਾ ਨਹੀਂ ਹੈ। ਅਸਲੀ ਮਸਲਾ ਤੇ ਚੰਡੀਗੜ੍ਹ ਦੇ ਆਲੇ ਦੁਆਲੇ, PGI ਦੇ ਆਲੇ ਦੁਆਲੇ, ਨਿਊ ਚੰਡੀਗੜ੍ਹ ਦੇ ਆਲੇ ਦੁਆਲੇ, ਸ਼ਿਵਾਲਿਕ ਹਿਲਸ ਦੇ ਆਲੇ ਦੁਆਲੇ ਜਿਹੜੀਆਂ ਨਜਾਇਜ਼ ਕਬਜ਼ੇ ਪੰਚਾਇਤਾਂ ਦੇ ਉੱਤੇ ਹੋਏ ਨੇ ਉਹਨੂੰ ਜਿਹੜਾ ਵੀ ਹੱਥ ਦਿੰਦਾ ਹੈ ਉਹਦਾ ਜਿਹੜਾ ਨੁਕਸਾਨ ਹੋ ਜਾਂਦਾ ਹੈ। ਔਰ ਉਹ ਗੱਲ ਜਿਹੜੀ ਹੈ ਕੁਲਦੀਪ ਸਿੰਘ ਧਾਲੀਵਾਲ ਉਹਨਾਂ ਨੇ ਵੀ, ਤੇ ਜੇ ਕੋਈ ਉਸ ਜ਼ਮੀਨਾਂ ਨੂੰ ਜੇ ਕੋਈ ਖਾਲੀ ਕਰਾਉਣ ਦੀ ਗੱਲ ਕਰੇਗਾ ਕਿਉਂਕਿ ਉਹਦੇ ਵਿੱਚ ਰਾਜਨੀਤਿਕ ਲੋਕਾਂ ਦੀ ਵੀ ਹੈ, ਅਫਸਰਾਂ ਦੀਆਂ ਵੀ ਜ਼ਮੀਨਾਂ ਨੇ ਔਰ ਆਪਣੇ ਆਪ ਜਿਹੜੇ ਪ੍ਰਭਾਵਸ਼ਾਲੀ ਲੋਕ ਨੇ ਉਹਨਾਂ ਨੇ ਜ਼ਮੀਨਾਂ ਦੇ ਕਬਜ਼ੇ ਕੀਤੇ। ਸੋ ਜੇਕਰ ਭੁੱਲਰ ਹੋਰੀ ਉਹਨਾਂ ਦੇ ਉੱਤੇ ਹੱਥ ਪਾ ਜਾਣ ਫਿਰ ਤੇ ਮੁਬਾਰਕਬਾਦ ਹੈ, ਤੇ ਜੇ ਆਲੇ ਦੁਆਲੇ ਛੋਟੇ ਮੋਟੇ ਕੰਮਾਂ ਦੇ ਉੱਤੇ ਕਰ ਗਏ ਜਾਂ ਆਪਣੇ ਰਾਜਨੀਤਿਕ ਵਿਰੋਧੀਆਂ ਨਾਲ ਜਿਹੜਾ ਮਿਲ ਕੇ ਉਹਨਾਂ ਦਾ ਕੋਈ ਨੁਕਸਾਨ ਕਰ ਲਈਏ ਤੇ ਉਹ ਆਪਣੇ ਆਪ 'ਚ ਇੱਕ ਸਾਜ਼ਿਸ਼ ਤੇ ਮੰਨੀ ਜਾਏਗੀ, ਲੇਕਿਨ ਉਹਦਾ ਕ੍ਰੈਡਿਟ ਜਿਹੜਾ ਉਹ ਨਹੀਂ ਦਿੱਤਾ ਜਾ ਸਕਦਾ। ਸੋ ਸਾਡੀ ਇੱਛਾ ਤੇ ਇਹ ਹੈ ਕਿ ਉਹ ਕੁਲਦੀਪ ਸਿੰਘ ਧਾਲੀਵਾਲ ਵਾਂਗ ਹੀ ਕੋਸ਼ਿਸ਼ ਕਰਨ ਕਿ ਚੰਡੀਗੜ੍ਹ ਦੇ ਆਲੇ ਦੁਆਲੇ ਸ਼ਿਵਾਲਿਕ ਹਿਲਸ ਦੇ ਪਾਸੇ ਉੱਥੇ ਜਿਹੜੇ ਨੇ ਨਜਾਇਜ਼ ਕਬਜ਼ੇ ਜਿਹੜੇ ਨੇ ਉਹ ਛੁਡਾਉਣ, ਫਿਰ ਤੇ ਜਿਹੜਾ ਉਹ ਮੁਬਾਰਕਬਾਦ ਦੀ ਗੱਲ ਹੋਏਗੀ। ਨਹੀਂ ਤੇ ਫਿਰ ਉਹੀ ਸਮਝਿਆ ਜਾਏਗਾ ਕਿ ਇਹ ਪਰੰਪਰਾਗਤ ਰਵਾਇਤੀ ਪਾਰਟੀਆਂ ਦੇ ਚਾਲ ਦੇ ਉੱਤੇ ਚੱਲਣ ਵਾਲੀ ਜੀ। ਬਿਲਕੁਲ ਬਿਲਕੁਲ ਸਰ, ਬਿਲਕੁਲ। ਸੋ ਉੱਧਰ ਵੀ ਸ਼ਾਇਦ ਵਾਧੇ ਸ਼ੁਰੂ ਹੋਣਗੇ ਕਿਉਂਕਿ ਲਾਲਜੀਤ ਭੁੱਲਰ ਜੀ ਜਿਸ ਤਰੀਕੇ ਨਾਲ ਸਟ੍ਰੈਟਜੀ ਦੱਸਦੇ ਨਜ਼ਰ ਆਏ ਨੇ ਕਿ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਜਿਸ ਦਿਨ ਵੱਲੋਂ ਸਰਕਾਰੀ ਜ਼ਮੀਨ ਹੜੱਪੀ ਜਾਏਗੀ। ਤੋਂ ਕੱਲ੍ਹ ਉਹਨਾਂ ਦੀ ਚੇਤਾਵਨੀ ਵੀ ਕਲੀਅਰ ਕਰ ਦਿੱਤੀ ਹੈ ਵੀ ਜਿਹੜੇ ਰਾਜਨੀਤਿਕ ਲੋਕ ਨੇ, MLA ਵਿਧਾਇਕ ਨੇ ਜਾਂ ਫਿਰ ਲੀਡਰ ਨੇ, ਉਹ ਇਹਨਾਂ ਲੋਕਾਂ ਤੋਂ ਦੂਰ ਰਹਿਣ ਜਿਨ੍ਹਾਂ ਕੋਲ ਇਹ ਕਬਜ਼ੇ ਨੇਗੇ।
ਪਰ ਆਉਣ ਵਾਲੇ ਦਿਨਾਂ ਵਿੱਚ ਸ਼ਿਵਾਲਿਕ ਦੀਆਂ ਪਹਾੜੀਆਂ ਵੱਲ ਕਦੋਂ ਕੂਚ ਕਰਦੇ ਨੇ ਸਾਡੇ ਨਵੇਂ ਮੰਤਰੀ ਸਾਹਿਬ, ਇਹ ਵੀ ਹੁਣ ਵੇਖਣ ਵਾਲੀ ਗੱਲ ਹੋਏਗੀ, ਤੇ ਨਾਲ ਕਿਸ ਤਰ੍ਹਾਂ ਦਾ ਐਕਸ਼ਨ ਰਹਿਣ ਵਾਲਾ ਉਸ ਦੇ ਉੱਪਰ ਵੀ ਨਜ਼ਰਾਂ ਬਣੀਆਂ ਰਹਿਣਗੀਆਂ। ਡਾਕਟਰ ਸਾਹਿਬ, ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ। ਸੋ ਇਸ ਸਨ ਡਾਕਟਰ SP ਸਿੰਘ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ ਹੈ। ਤੁਹਾਨੂੰ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ। ਉਦੋਂ ਤੱਕ ਦਿਓ ਇਜਾਜ਼ਤ। ਧੰਨਵਾਦ।